ਮੇਰਾ ਪਤੀ ਰੋਜ਼ਾਨਾ ਸ਼ਹਿਰ ਤੋਂ ਮੇਰੇ ਲਈ ਜਲੇਬੀ ਲੈ ਕੇ ਆਉਂਦਾ ਸੀ, ਜਿਸ ਨੂੰ ਮੈਂ ਬੜੇ ਸ਼ੌਂਕ ਨਾਲ ਖਾ ਲੈਂਦੀ ਸੀ। ਪਰ ਉਸ ਦੇ ਬਾਅਦ ਮੈਨੂੰ ਹੋਸ਼ ਨਹੀਂ ਰਹਿੰਦਾ ਸੀ। ਸਵੇਰੇ ਉੱਠਦੀ ਤਾਂ ਕੱਪੜੇ ਗਿੱਲੇ ਰਹਿੰਦੇ ਸਨ ਅਤੇ ਇੱਕ ਦਿਨ ਪਤੀ ਦੀ ਲਿਆਂਦੀ ਹੋਈ ਜਲੇਬੀ ਮੈਂ ਸੁੱਟ ਦਿੱਤੀ ਅਤੇ ਸੌਣ ਦਾ ਬਹਾਨਾ ਕਰਕੇ ਸੌ ਗਈ। ਅਤੇ ਫਿਰ ਜੋ ਮੇਰੇ ਪਤੀ ਨੇ ਮੇਰੇ ਨਾਲ ਕੀਤਾ, ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ, ਕਿਉਂਕਿ ਵਿਆਹ ਦੀ ਰਾਤ ਪਤੀ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਹੀ ਮੈਂ ਬਲੈਕ ਕਲਰ ਦੀ ਨਾਈਟੀ ਪਾ ਲਈ ਸੀ, ਤਾਂ ਕਿ ਉਹ ਪਹਿਲੀ ਹੀ ਨਜ਼ਰ ਵਿੱਚ ਮੈਨੂੰ ਵੇਖੇ ਅਤੇ ਆਪਣਾ ਦਿਲ ਹਾਰ ਬੈਠੇ। ਉਂਝ ਮੈਂ ਪਿੰਡ ਵਾਲੀ ਸੀ, ਪਰ ਇਹ ਨਾਈਟੀ ਮੈਨੂੰ ਮੇਰੀ ਵੱਡੀ ਭੈਣ ਨੇ ਦਿੱਤੀ ਸੀ, ਜਿਸ ਦਾ ਵਿਆਹ ਸ਼ਹਿਰ ਵਿੱਚ ਹੋਇਆ ਸੀ। ਉਸਨੇ ਹੀ ਮੈਨੂੰ ਪਤੀ ਨੂੰ ਕਾਬੂ ਕਰਨ ਦੀਆਂ ਕਈ ਗੱਲਾਂ ਦੱਸੀਆਂ ਸਨ। ਮੇਰੇ ਪਤੀ ਮੋਹਣ ਕਮਰੇ ਵਿੱਚ ਆਏ ਤਾਂ ਮੇਰਾ ਇਹ ਨਾਈਟ ਸੂਟ ਵੇਖ ਕੇ ਰੁਕ ਗਈ। ਉਹਨਾਂ ਦੀ ਨਜ਼ਰ ਵਿੱਚ ਤਾਂ ਮੈਂ ਪਿੰਡ ਦੀ ਕੁੜੀ ਸੀ। ਮੋਹਣ ਦੇ ਸਾਹਮਣੇ ਨਾਈਟੀ ਪਾ ਕੇ ਮੈਨੂੰ ਸ਼ਰਮ ਤਾਂ ਬਹੁਤ ਆ ਰਹੀ ਸੀ, ਪਰ ਹੁਣ ਉਹ ਮੇਰੇ ਪਤੀ ਸਨ ਅਤੇ ਮੈਨੂੰ ਉਹਨਾਂ ਦਾ ਦਿਲ ਜਿੱਤਣਾ ਸੀ। ਮੈਂ ਹਮੇਸ਼ਾ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਬੁਣੇ ਸਨ ਅਤੇ ਅੱਜ ਦੀ ਰਾਤ ਬਾਰੇ ਪਤਾ ਨਹੀਂ ਕਿੰਨੀ ਵਾਰ ਸੋਚਿਆ ਸੀ। ਮਿਲਣ ਦੀ ਘੜੀ ਜਦੋਂ ਸਾਹਮਣੇ ਆਈ ਤਾਂ ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਮੋਹਣ ਮੇਰੇ ਕਰੀਬ ਆਏ ਅਤੇ ਪਿਆਰ ਨਾਲ ਮੇਰਾ ਹੱਥ ਫੜ ਕੇ ਕਹਿਣ ਲੱਗੇ ਕਿ ਤੂੰ ਬਹੁਤ ਹੀ ਸੁੰਦਰ ਹੈ। ਮੋਹਣ ਦੇ ਇਹਨਾਂ ਸ਼ਬਦਾਂ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ ਸੀ ਅਤੇ ਮੈਂ ਆਪਣੇ ਆਪ ਨੂੰ ਹਵਾਵਾਂ ਵਿੱਚ ਮਹਿਸੂਸ ਕਰ ਰਹੀ ਸੀ। ਮੋਹਣ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੈਨੂੰ ਲੱਗਾ ਕਿ ਉਹ ਮੈਨੂੰ ਮੂੰਹ ਦਿਖਾਈ ਦਾ ਗਿਫਟ ਦੇਣਗੇ, ਪਰ ਜਦੋਂ ਮੋਹਣ ਆਪਣਾ ਹੱਥ ਅੱਗੇ ਲਿਆਇਆ ਤਾਂ ਮੈਂ ਹੈਰਾਨ ਰਹਿ ਗਈ। ਉਹਨਾਂ ਦੇ ਹੱਥ ਵਿੱਚ ਜਲੇਬੀ ਦਾ ਥੈਲਾ ਸੀ ਅਤੇ ਮੋਹਣ ਨੇ ਆਪਣੇ ਆਪ ਹੀ ਉਹ ਥੈਲਾ ਖੋਲ੍ਹਿਆ ਅਤੇ ਕਹਿਣ ਲੱਗੇ ਕਿ ਵਿਆਹ ਦੀ ਰਾਤ ਸਭ ਤੋਂ ਪਹਿਲਾਂ ਮੈਂ ਤੈਨੂੰ ਆਪਣੇ ਹੱਥ ਨਾਲ ਹੀ ਮਿੱਠਾ ਖਿਲਾਵਾਂਗਾ। ਮੋਹਣ ਦੀ ਗੱਲ ਸੁਣ ਕੇ ਮੇਰੇ ਬੁੱਲ੍ਹਾਂ ਉੱਤੇ ਮੁਸਕਾਨ ਆ ਗਈ। ਕਹਿ ਰਹੇ ਸਨ ਕਿ ਮੇਰੇ ਲਈ ਖਾਸ ਸ਼ਹਿਰ ਤੋਂ ਜਲੇਬੀ ਬਣਵਾ ਕੇ ਲਿਆਇਆ ਹਾਂ। ਮੋਹਣ ਨੇ ਪਿਆਰ ਭਰੇ ਅੰਦਾਜ਼ ਵਿੱਚ ਉਹ ਜਲੇਬੀ ਮੇਰੇ ਮੂੰਹ ਵਿੱਚ ਪਾਈ ਤਾਂ ਮੈਂ ਵੀ ਖੁਸ਼ੀ-ਖੁਸ਼ੀ ਖਾ ਲਈ। ਉਹ ਬਹੁਤ ਹੀ ਸਵਾਦ ਸੀ। ਮੋਹਣ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗੇ ਅਤੇ ਮੈਂ ਨਾ ਜਾਣੇ ਕਿਵੇਂ ਨੀਂਦ ਵਿੱਚ ਗਵਾਚਣ ਲੱਗੀ। ਥੋੜ੍ਹੀ ਦੇਰ ਬਾਅਦ ਮੈਨੂੰ ਕੁਝ ਹੋਸ਼ ਹੀ ਨਹੀਂ ਰਿਹਾ। ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਘੜੀ ਵਿੱਚ ਪੂਰੇ 10 ਵੱਜ ਰਹੇ ਸਨ। ਮੇਰੇ ਪੂਰੇ ਕੱਪੜੇ ਗਿੱਲੇ ਸਨ। ਮੈਂ ਹੈਰਾਨ ਸੀ ਕਿ ਜਿਸ ਰਾਤ ਦੇ ਇੰਤਜ਼ਾਰ ਵਿੱਚ ਮੈਂ ਇੱਕ ਪਲ ਗਿਣ ਕੇ ਗੁਜ਼ਾਰਿਆ ਸੀ, ਉਸ ਰਾਤ ਮੈਂ ਸੋ ਕਿਵੇਂ ਗਈ। ਫਿਰ ਮੈਨੂੰ ਮੋਹਣ ਦਾ ਖਿਆਲ ਆਇਆ। ਨਾ ਜਾਣੇ ਉਹ ਮੇਰੇ ਬਾਰੇ ਕੀ ਸੋਚ ਰਹੇ ਹੋਣਗੇ। ਕੱਪੜੇ ਕਿਵੇਂ ਗਿੱਲੇ ਹੋਏ ਸਨ। ਮੋਹਣ ਕਮਰੇ ਵਿੱਚ ਨਹੀਂ ਸਨ। ਮੈਂ ਤੁਰੰਤ ਹੀ ਆਪਣੇ ਕੱਪੜੇ ਬਦਲੇ ਅਤੇ ਨਹਾ ਧੋ ਕੇ ਤਿਆਰ ਹੋ ਗਈ। ਮੈਂ ਆਪਣੇ ਵਾਲਾਂ ਨੂੰ ਸੁਲਝਾ ਰਹੀ ਸੀ ਕਿ ਮੋਹਣ ਕਮਰੇ ਵਿੱਚ ਆਏ। ਉਹਨਾਂ ਦਾ ਮੂਡ ਬਹੁਤ ਜ਼ਿਆਦਾ ਵਿਗੜਿਆ ਹੋਇਆ ਸੀ। ਕੋਈ ਗੱਲ ਨਹੀਂ ਕੀਤੀ। ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਪੂਰੀ ਤਰ੍ਹਾਂ ਨਾਲ ਗੁੱਸੇ ਹੋ ਚੁੱਕੇ ਸਨ ਅਤੇ ਇਹ ਗੱਲ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ। ਮੈਂ ਸੋਚ ਲਿਆ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਮੋਹਣ ਨੂੰ ਮਨਾ ਕੇ ਹੀ ਰਹਾਂਗੀ। ਮੋਹਣ ਦੇ ਜਾਣ ਤੋਂ ਬਾਅਦ ਮੇਰੀ ਸੱਸ ਕਮਰੇ ਵਿੱਚ ਆਈ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਹੈਰਾਨੀ ਨਾਲ ਪੁੱਛਣ ਲੱਗੀ ਕਿ ਕੀ ਹੋਇਆ ਨੂੰ। ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਮੋਹਣ ਨੂੰ ਨਾਰਾਜ਼ ਕਰ ਦਿੱਤਾ ਹੈ। ਉਹ ਕਹਿਣ ਲੱਗੀ ਕਿ ਮੈਂ ਹੁਣੇ ਮੋਹਣ ਨਾਲ ਗੱਲ ਕਰਦੀ ਹਾਂ, ਪਰ ਮੈਂ ਹੱਥ ਫੜ ਕੇ ਆਪਣੀ ਸੱਸ ਨੂੰ ਰੋਕ ਲਿਆ। ਉਹਨਾਂ ਨੂੰ ਕਿਹਾ ਕਿ ਉਹ ਮੋਹਣ ਨਾਲ ਕੋਈ ਗੱਲ ਨਾ ਕਰੇ, ਨਹੀਂ ਤਾਂ ਉਹ ਸਾਡੇ ਤੋਂ ਨਾਰਾਜ਼ ਹੋ ਜਾਣਗੇ। ਮੇਰੀ ਗੱਲ ਸੁਣ ਕੇ ਉਹ ਖਾਮੋਸ਼ ਹੋ ਗਈ ਅਤੇ ਬੋਲੀ, ਛੋਟੀ-ਛੋਟੀ ਗੱਲਾਂ ਨੂੰ ਦਿਲ ਤੇ ਨਾ ਲਗਾਓ। ਕੁਝ ਦਿਨ ਮੋਹਣ ਦੇ ਨਾਲ ਰਹੋਗੀ ਤਾਂ ਤੂੰ ਉਸ ਦੀ ਆਦਤਾਂ ਨੂੰ ਚੰਗੀ ਤਰ੍ਹਾਂ ਸਮਝ ਜਾਏਗੀ। ਮੈਂ ਉਹਨਾਂ ਦੀ ਗੱਲ ਸੁਣ ਕੇ ਖੁਸ਼ ਹੋ ਗਈ। ਮੈਂ ਆਪਣੇ ਮਾਂ-ਬਾਪ ਦੀ ਲਾਡਲੀ ਹੋਣ ਦੇ ਨਾਲ-ਨਾਲ ਆਪਣੀ ਸੱਸ ਦੀ ਵੀ ਬਹੁਤ ਲਾਡਲੀ ਸੀ। ਹਾਲਾਂਕਿ ਬਚਪਨ ਤੋਂ ਹੀ ਮੇਰੀ ਇਹੀ ਖੁਆਇਸ਼ ਸੀ ਕਿ ਮੇਰਾ ਵਿਆਹ ਉਹਨਾਂ ਦੇ ਮੁੰਡੇ ਮੋਹਣ ਨਾਲ ਹੀ ਹੋਵੇ ਅਤੇ ਜਿਵੇਂ ਹੀ ਮੈਂ 15 ਸਾਲ ਦੀ ਹੋਈ ਤਾਂ ਉਹ ਮੈਨੂੰ ਮਿਲਣ ਲਈ ਆਈ ਅਤੇ ਜਾਂਦੇ-ਜਾਂਦੇ ਮੇਰਾ ਮੂੰਹ ਮਿੱਠਾ ਕਰਵਾ ਕੇ ਚਲੀ ਗਈ। ਮੈਂ ਬਹੁਤ ਖੁਸ਼ ਸੀ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ
ਅਤੇ ਇਸ ਲਈ ਮੇਰੇ ਮਾਂ-ਬਾਪ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ। ਮੋਹਨ ਦੀ ਸ਼ਹਿਰ ਵਿੱਚ ਚੰਗੀ ਨੌਕਰੀ ਸੀ। ਉਹ ਸਵੇਰੇ ਸੈਰ ਲਈ ਨਿਕਲ ਜਾਂਦਾ ਅਤੇ ਰਾਤ ਨੂੰ ਹੀ ਘਰ ਮੁੜਦਾ। ਉਸ ਦੀ ਕਮਾਈ ਤੋਂ ਹੀ ਮੇਰੀ ਸੱਸ ਨੇ ਪਿੰਡ ਵਿੱਚ ਇੱਕ ਬਹੁਤ ਵੱਡਾ ਘਰ ਬਣਵਾ ਲਿਆ ਸੀ। ਬਹੁਤ ਸਾਲਾਂ ਤੋਂ ਮੇਰੀ ਅਤੇ ਮੋਹਨ ਦੀ ਮੁਲਾਕਾਤ ਨਹੀਂ ਹੋਈ ਸੀ, ਕਿਉਂਕਿ ਉਹ ਜ਼ਿਆਦਾ ਵਕਤ ਸ਼ਹਿਰ ਵਿੱਚ ਹੀ ਗੁਜ਼ਾਰਦਾ ਸੀ। ਘਰ ਮੁੜਦਾ ਤਾਂ ਉਸ ਕੋਲ ਸਾਡੇ ਪਿੰਡ ਆਉਣ ਦਾ ਵਕਤ ਹੀ ਨਹੀਂ ਰਹਿੰਦਾ ਸੀ। ਪਰ ਰਿਸ਼ਤਾ ਹੋਣ ਦੇ ਬਾਵਜੂਦ ਵੀ ਸਾਡੇ ਪਿੰਡ ਮੇਰੇ ਤੋਂ ਮਿਲਣ ਨਹੀਂ ਆਇਆ। ਇਸ ਗੱਲ ਨੂੰ ਲੈ ਕੇ ਮੇਰੇ ਦਿਲ ਵਿੱਚ ਅਜੀਬ ਸਵਾਲ ਉੱਠ ਰਹੇ ਸਨ। ਇੱਕ ਦਿਨ ਮੈਂ ਆਪਣੀ ਸੱਸ ਨੂੰ ਪੁੱਛਿਆ, ਕਿਉਂਕਿ ਮੇਰੀ ਸੱਸ ਮੇਰੀ ਮਾਂ ਦੀ ਸਹੇਲੀ ਸੀ, ਤਾਂ ਮੈਂ ਉਹਨਾਂ ਤੋਂ ਬਿਲਕੁਲ ਵੀ ਨਹੀਂ ਸ਼ਰਮਾਉਂਦੀ ਸੀ। ਇੱਕ ਦਿਨ ਉਹ ਮਿਲਣ ਲਈ ਸਾਡੇ ਪਿੰਡ ਆਈ ਤਾਂ ਮੈਂ ਗੱਲਾਂ ਵਿੱਚ ਇਹ ਪੁੱਛਿਆ ਕਿ ਮੋਹਨ ਸਾਡੇ ਪਿੰਡ ਕਿਉਂ ਨਹੀਂ ਆਉਂਦੀ। ਮੇਰੀ ਮਾਂ ਦੇ ਕੰਨ ਵਿੱਚ ਇਹ ਗੱਲ ਪਈ ਤਾਂ ਮਾਂ ਨੇ ਮੈਨੂੰ ਇੱਕ ਚਪੇੜ ਮਾਰਿਆ ਤੇ ਬੋਲੀ, ਤੈਨੂੰ ਇਸ ਤਰ੍ਹਾਂ ਬੋਲਦੇ ਹੋਏ ਸ਼ਰਮ ਨਹੀਂ ਆਉਂਦੀ? ਆਪਣੇ ਹੋਣ ਵਾਲੇ ਪਤੀ ਬਾਰੇ ਅਜਿਹੀ ਗੱਲਾਂ ਪੁੱਛਦੀ ਹੈ। ਮੈਂ ਬਿਲਕ ਕੇ ਰਹਿ ਗਈ। ਮੇਰੀ ਸੱਸ ਮੁਸਕਰਾਉਂਦੇ ਹੋਏ ਕਹਿਣ ਲੱਗੀ ਕਿ ਕਿਉਂ ਨਹੀਂ, ਜਿਵੇਂ ਹੀ ਮੋਹਨ ਨੂੰ ਵਕਤ ਮਿਲੇਗਾ ਜ਼ਰੂਰ ਆਵੇਗਾ। ਜਦੋਂ ਤੋਂ ਉਸ ਨੂੰ ਸ਼ਹਿਰ ਦੀ ਹਵਾ ਲੱਗੀ ਹੈ, ਉਹ ਬਹੁਤ ਹੀ ਘੱਟ ਗੱਲ ਕਰਦਾ ਹੈ। ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਹੈ, ਬਲਕਿ ਗੰਭੀਰ ਹੋ ਗਿਆ ਹੈ। ਉਹਨਾਂ ਦੀ ਗੱਲ ਸੁਣ ਕੇ ਮਾਂ ਕਹਿਣ ਲੱਗੀ, ਜਦੋਂ ਮੁੰਡਿਆਂ ਉੱਤੇ ਜ਼ਿੰਮੇਵਾਰੀ ਪੈਂਦੀ ਹੈ ਤਾਂ ਇਸੇ ਤਰ੍ਹਾਂ ਗੰਭੀਰ ਹੋ ਜਾਂਦੇ ਹਨ। ਇੱਕ ਮੇਰੀ ਧੀ ਨੂੰ ਹੀ ਅਕਲ ਨਹੀਂ ਆ ਰਹੀ ਹੈ, ਮੂੰਹ ਉਠਾ ਕੇ ਜੋ ਚਾਹੇ ਪੁੱਛ ਲੈਂਦੀ ਹੈ। ਮਾਂ ਨੇ ਗੁੱਸੇ ਵਿੱਚ ਇੱਕ ਨਜ਼ਰ ਮੇਰੇ ਵੱਲ ਮਾਰੀ ਤਾਂ ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ। ਉਹਨਾਂ ਦੇ ਜਾਣ ਤੋਂ ਬਾਅਦ ਵੀ ਮਾਂ ਨੇ ਮੈਨੂੰ ਹਜ਼ਾਰਾਂ ਗੱਲਾਂ ਸੁਣਾਈ। ਮਾਂ ਪਤਾ ਨਹੀਂ ਕੀ ਕੁਝ ਕਹਿ ਰਹੀ ਸੀ। ਮੈਂ ਤਾਂ ਆਪਣੇ ਹੀ ਖਿਆਲਾਂ ਵਿੱਚ ਮਗਨ ਸੀ। ਮੈਂ ਇਹ ਸੋਚ ਕੇ ਖੁਸ਼ ਸੀ ਕਿ ਮੇਰਾ ਹੋਣ ਵਾਲਾ ਪਤੀ ਵੀ ਹੀਰੋ ਦੀ ਤਰ੍ਹਾਂ ਸ਼ਹਿਰੀ ਬਣ ਗਿਆ ਹੈ। ਮੈਨੂੰ ਸ਼ੁਰੂ ਤੋਂ ਹੀ ਸ਼ਹਿਰ ਵਿੱਚ ਰਹਿਣ ਦਾ ਬਹੁਤ ਸ਼ੌਂਕ ਸੀ। ਉਹਨਾਂ ਨੇ ਵਿਆਹ ਲਈ ਸਾਲ ਭਰ ਦਾ ਵਕਤ ਦਿੱਤਾ ਸੀ ਅਤੇ 1 ਸਾਲ ਦਾ ਵਕਤ ਬਸ ਸੁਪਨੇ ਸਜਾਉਣ ਵਿੱਚ ਹੀ ਲੰਘ ਗਿਆ ਸੀ। ਪਰ ਮੈਨੂੰ ਕੀ ਪਤਾ ਸੀ, ਇੱਕ ਦਿਨ ਮੇਰੇ ਸਾਰੇ ਸੁਪਨੇ ਮਿੱਟੀ ਦਾ ਢੇਰ ਬਣ ਜਾਣਗੇ। ਕੁਝ ਦਿਨ ਬਾਅਦ ਮੇਰਾ ਤੇ ਮੋਹਨ ਦਾ ਵਿਆਹ ਸਾਰੇ ਰੀਤੀ ਰਿਵਾਜਾਂ ਨਾਲ ਬੜੀ ਧੂਮਧਾਮ ਨਾਲ ਹੋ ਗਿਆ। ਮੈਂ ਮੋਹਨ ਦੇ ਨਾਲ ਆਪਣੇ ਘਰੋਂ ਵਿਦਾ ਹੋ ਕੇ ਉਹਨਾਂ ਦੇ ਘਰ ਚਲੀ ਆਈ ਸੀ। ਮੇਰੀ ਸੱਸ ਨੇ ਬਹੁਤ ਹੀ ਖੁਸ਼ੀ ਨਾਲ ਮੇਰਾ ਵੈਲਕਮ ਕੀਤਾ ਸੀ। ਪਰ ਵਿਆਹ ਦੀ ਰਾਤ ਨੀਂਦ ਆ ਜਾਣ ਦੀ ਵਜ੍ਹਾ ਨਾਲ ਮੋਹਨ ਬਹੁਤ ਜ਼ਿਆਦਾ ਗੁੱਸਾ ਸਨ ਅਤੇ ਪੂਰਾ ਦਿਨ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਸਾਰਾ ਦਿਨ ਬਿਨ ਪਾਣੀ ਦੀ ਮੱਛਲੀ ਵਾਂਗ ਉਸਦੇ ਅੱਗੇ ਪਿੱਛੇ ਤੜਫਦੀ ਰਹੀ, ਪਰ ਉਸਨੇ ਇੱਕ ਵਾਰ ਵੀ ਮੇਰੇ ਵੱਲ ਨਹੀਂ ਤੱਕਿਆ। ਉਸਨੇ ਸਾਰਾ ਦਿਨ ਘਰ ਦੀ ਛੱਤ ਉੱਤੇ ਗੁਜ਼ਾਰ ਦਿੱਤਾ ਅਤੇ ਪਿੰਡ ਵਿੱਚ ਔਰਤਾਂ ਨੂੰ ਛੱਤ ਤੇ ਜਾਣਾ ਮਨਾ ਹੁੰਦਾ ਹੈ, ਇਸ ਲਈ ਮੈਂ ਉਸਦੇ ਪਿੱਛੇ ਵੀ ਨਾ ਜਾ ਸਕੀ। ਰਾਤ ਦੇ ਵਕਤ ਮੋਹਨ ਆਪਣੇ ਆਪ ਹੀ ਕਮਰੇ ਵਿੱਚ ਆਇਆ। ਮੇਰੀਆਂ ਅੱਖਾਂ ਰੋ ਕੇ ਸੁੱਜ ਚੁੱਕੀਆਂ ਸਨ। ਉਹ ਮੇਰੇ ਕੋਲ ਬੈਠ ਕੇ ਕਹਿਣ ਲੱਗਾ ਕਿ ਮੈਨੂੰ ਮਾਫ ਕਰ ਦੇ। ਮੈਂ ਗੁੱਸੇ ਵਿੱਚ ਆ ਗਿਆ ਸੀ। ਮੈਂ ਤੇਰੇ ਕੋਲ ਬੈਠਾ ਸੀ ਅਤੇ ਤੂੰ ਇਸ ਕਦਰ ਗੂੜੀ ਨੀਂਦ ਸੋ ਗਈ ਸੀ ਕਿ ਮੇਰੇ ਉਠਾਉਣ ਤੇ ਵੀ ਨਾ ਉੱਠੀ, ਇਸ ਲਈ ਮੈਂ ਗੁੱਸਾ ਹੋ ਗਿਆ ਸੀ। ਮੈਨੂੰ ਪਤਾ ਸੀ ਕਿ ਗਲਤੀ ਮੇਰੀ ਹੈ, ਇਸ ਲਈ ਮੈਂ ਮੋਹਨ ਤੋਂ ਆਪਣੇ ਆਪ ਹੀ ਮਾਫੀ ਮੰਗੀ ਤੇ ਕਿਹਾ ਕਿ ਅੱਗੇ ਤੋਂ ਮੈਂ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਵਾਂਗੀ। ਉਹ ਖੁਸ਼ ਹੋ ਗਿਆ ਤੇ ਮੇਰੇ ਲੰਬੇ ਵਾਲਾਂ ਦੀ ਤਾਰੀਫ ਕਰਨ ਲੱਗੀ। ਮੈਂ ਸੋਚਣ ਲੱਗੀ, ਮੋਹਨ ਸਾਰਾ ਦਿਨ ਇਸ ਕਦਰ ਨਾਰਾਜ਼ ਹੋਣ ਤੋਂ ਬਾਅਦ ਅਚਾਨਕ ਉਹਨਾਂ ਦਾ ਅੰਦਾਜ਼ ਇੰਨਾ ਚੰਗਾ ਕਿਵੇਂ ਹੋ ਗਿਆ ਸੀ। ਮੋਹਨ ਨੇ ਇੱਕ ਵਾਰ ਫਿਰ ਜਲੇਬੀ ਕੱਢੀ ਤੇ ਆਪਣੇ ਹੱਥੋਂ ਮੇਰੇ ਮੂੰਹ ਵਿੱਚ ਪਾ ਕੇ ਕਹਿਣ ਲੱਗਾ ਕਿ ਜਲੇਬੀ ਖਾਣ ਨਾਲ ਬੁੱਲ ਰੈੱਡ ਹੋ ਜਾਂਦੇ ਹਨ, ਤੇਰੇ ਖੂਬਸੂਰਤ ਬੁੱਲ ਹੋਰ ਖੂਬਸੂਰਤ ਹੋ ਜਾਣਗੇ। ਉਹਨਾਂ ਦੀਆਂ ਗੱਲਾਂ ਵਿੱਚ ਮੁਹੱਬਤ ਦੀ ਇਸ ਕਦਰ ਮਿਠਾਸ ਸੀ ਕਿ ਮੈਂ ਸ਼ਰਮਾ ਗਈ। ਮੋਹਨ ਨੇ ਮੇਰੇ ਹੱਥ ਫੜੇ ਅਤੇ ਕੁਝ ਕਹਿ ਰਹੇ ਸਨ, ਪਰ ਮੈਨੂੰ ਕੁਝ ਹੋਸ਼ ਹੀ ਨਾ ਰਿਹਾ ਅਤੇ ਥੋੜੀ ਹੀ ਦੇਰ ਬਾਅਦ ਮੈਂ ਦੁਨੀਆ ਤੋਂ ਦੂਰ ਹੋ ਚੁੱਕੀ ਸੀ। ਇੱਕ ਵਾਰ ਫਿਰ ਮੇਰੀ ਅੱਖ ਖੁੱਲੀ ਤਾਂ ਸਵੇਰ ਦੇ 11 ਵੱਜ ਰਹੇ ਸਨ। ਮੇਰੇ ਹੋਸ਼ ਉੱਡ ਗਏ ਸਨ। ਮੈਂ ਡਰ ਗਈ ਸੀ ਕਿ ਮੋਹਨ ਇੱਕ ਵਾਰ ਫਿਰ ਗੁੱਸਾ ਹੋ ਚੁੱਕਿਆ ਹੋਵੇਗਾ। ਹੁਣ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਨੂੰ ਇਸ ਤਰ੍ਹਾਂ ਡੂੰਘੀ ਨੀਂਦ ਕਿਵੇਂ ਆ ਸਕਦੀ ਹੈ। ਮੇਰੇ ਕੱਪੜੇ ਪੂਰੀ ਤਰ੍ਹਾਂ ਗਿੱਲੇ ਸਨ ਅਤੇ ਮੈਨੂੰ ਠੰਡ ਲੱਗ ਰਹੀ ਸੀ। ਮੈਂ ਜਲਦੀ ਨਹਾ ਧੋ ਕੇ ਤਿਆਰ ਹੋ ਗਈ ਅਤੇ ਕਮਰੇ ਤੋਂ ਬਾਹਰ ਨਿਕਲੀ ਤਾਂ ਕਮਰੇ ਦੇ ਬਾਹਰ ਮੇਰੇ ਪਤੀ ਗੁੱਸੇ ਵਿੱਚ ਮੇਰੀ ਸੱਸ ਨੂੰ ਕਹਿ ਰਹੇ ਸਨ ਕਿ
ਤੁਸੀਂ ਅਜਿਹੀ ਕੁੜੀ ਨਾਲ ਮੇਰਾ ਵਿਆਹ ਕਰ ਦਿੱਤਾ ਹੈ ਜਿਸ ਨੂੰ ਸੌਣ ਉੱਠਣ ਦੀ ਵੀ ਕੋਈ ਸਮਝ ਨਹੀਂ ਹੈ। ਮੈਂ ਕਿਵੇਂ ਇਸ ਨਾਲ ਸਾਰੀ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਇਸ ਨੂੰ ਇਹ ਵੀ ਪਤਾ ਨਹੀਂ ਕਿ ਪਿੰਡ ਦੀਆਂ ਔਰਤਾਂ ਸਵੇਰੇ ਉੱਠ ਕੇ ਘਰ ਦਾ ਕੰਮ ਧੰਦਾ ਕਰਦੀਆਂ ਹਨ। ਤੁਸੀਂ ਸਵੇਰ ਤੋਂ ਉੱਠ ਕੇ ਘਰ ਦਾ ਕੰਮ ਕਰ ਰਹੀ ਹੋ ਅਤੇ ਉਹ ਮਹਾਰਾਣੀ ਬਣ ਕੇ ਸੋ ਰਹੀ ਹੈ। ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਮੈਂ ਜ਼ਿਆਦਾ ਦਿਨ ਤੱਕ ਤੁਹਾਡੀ ਚਹੇਤੀ ਨੂੰਹ ਨੂੰ ਆਪਣੇ ਘਰ ਵਿੱਚ ਬਰਦਾਸ਼ਤ ਨਹੀਂ ਕਰ ਸਕਦਾ। ਮੋਹਣ ਦੇ ਇਹ ਸ਼ਬਦ ਸੁਣ ਕੇ ਮੈਂ ਘਬਰਾ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਪਤੀ ਇੰਨੇ ਸਖਤ ਹੋਣਗੇ। ਇਸ ਤੋਂ ਅੱਗੇ ਕੋਈ ਵੀ ਗੱਲ ਸੁਣਨ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ। ਮੈਂ ਚੁੱਪਚਾਪ ਰਸੋਈ ਵਿੱਚ ਚਲੀ ਗਈ। ਮੇਰੀ ਸੱਸ ਸੱਚ ਵਿੱਚ ਸਵੇਰ ਤੋਂ ਕੰਮਕਾਰ ਵਿੱਚ ਲੱਗੀ ਹੋਈ ਸੀ, ਕਿਉਂਕਿ ਰਸੋਈ ਵੀ ਪੂਰੀ ਤਰ੍ਹਾਂ ਸਾਫ਼ ਸੀ ਅਤੇ ਦੁਪਹਿਰ ਦਾ ਖਾਣਾ ਵੀ ਬਣ ਚੁੱਕਿਆ ਸੀ। ਮੈਂ ਮੋਹਣ ਦੇ ਨਾਲ ਆਪਣੀ ਸੱਸ ਦੀਆਂ ਨਜ਼ਰਾਂ ਵਿੱਚ ਵੀ ਡਿੱਗ ਰਹੀ ਸੀ। ਮੈਨੂੰ ਰਹਿ ਕੇ ਆਪਣੇ ਆਪ ਉੱਤੇ ਗੁੱਸਾ ਆ ਰਿਹਾ ਸੀ। ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਮੈਂ ਸਾਰੇ ਘਰ ਦਾ ਚੱਕਰ ਲਗਾਇਆ ਤਾਂ ਉਹ ਪੂਰਾ ਕੰਮ ਕਰ ਚੁੱਕੀ ਸੀ ਅਤੇ ਸ਼ਾਇਦ ਇਸ ਵਜ੍ਹਾ ਨਾਲ ਹੀ ਮੋਹਣ ਹੱਦ ਤੋਂ ਜ਼ਿਆਦਾ ਗੁੱਸਾ ਸਨ। ਉਹ ਫਿਰ ਛੱਤ ਤੇ ਜਾ ਚੁੱਕੇ ਸਨ, ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਉਹਨਾਂ ਦੇ ਪਿੱਛੇ ਛੱਤ ਤੇ ਨਹੀਂ ਜਾ ਸਕਾਂਗੀ। ਮੈਂ ਸਾਰਾ ਦਿਨ ਰੋਂਦੀ ਰਹੀ। ਉਹ ਖੁਸ਼ੀ ਜਿਸ ਦੇ ਲਈ ਮੈਂ ਸਾਲ ਭਰ ਇੰਤਜ਼ਾਰ ਕੀਤਾ, ਮੈਂ ਹੁਣ ਤੱਕ ਉਸ ਤੋਂ ਦੂਰ ਸੀ। ਨਾ ਹੀ ਮੋਹਣ ਦਾ ਸਾਥ ਪੂਰੀ ਤਰ੍ਹਾਂ ਨਸੀਬ ਹੋਇਆ ਸੀ ਅਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਜਗ੍ਹਾ ਬਣ ਸਕੀ ਸੀ। ਅਤੇ ਮੋਹਣ ਦੇ ਉਹਨਾਂ ਸ਼ਬਦਾਂ ਨੇ ਮੈਨੂੰ ਚੰਗੀ ਤਰ੍ਹਾਂ ਇਹ ਗੱਲ ਦੱਸ ਦਿੱਤੀ ਸੀ ਕਿ ਜੇਕਰ ਮੈਂ ਕੋਈ ਗਲਤੀ ਕੀਤੀ ਤਾਂ ਉਹ ਮੈਨੂੰ ਘਰ ਤੋਂ ਕੱਢ ਦੇਣਗੇ। ਮੇਰੇ ਪਿੰਡੋਂ ਵਾਰ-ਵਾਰ ਮੇਰੀ ਮਾਂ ਦਾ ਫੋਨ ਆ ਰਿਹਾ ਸੀ। ਮਾਂ ਕਹਿ ਰਹੀ ਸੀ ਕਿ 1 ਹਫ਼ਤੇ ਲਈ ਸਾਡੇ ਘਰ ਆ ਕੇ ਰਹਿ ਜਾਓ। ਰਸਮ ਮੁਤਾਬਕ ਵਿਆਹ ਤੋਂ ਬਾਅਦ 1 ਹਫ਼ਤੇ ਲਈ ਧੀ ਆਪਣੇ ਪੇਕੇ ਰਹਿਣ ਲਈ ਆਉਂਦੀਆਂ ਹਨ। ਮੈਂ ਬਿਲਕੁਲ ਵੀ ਨਹੀਂ ਜਾਣਾ ਚਾਹੁੰਦੀ ਸੀ, ਕਿਉਂਕਿ ਮੋਹਣ ਮੇਰੇ ਤੋਂ ਪਹਿਲਾਂ ਹੀ ਨਾਰਾਜ਼ ਸਨ। ਅਜੇ ਵਿੱਚ ਜੇਕਰ ਮੈਂ ਉਹਨਾਂ ਨੂੰ ਛੱਡ ਕੇ ਮਾਂ ਦੇ ਘਰ ਚਲੀ ਜਾਂਦੀ ਤਾਂ ਸ਼ਾਇਦ ਉਹ ਕਦੇ ਮੇਰੇ ਤੋਂ ਗੱਲ ਨਾ ਕਰਦੇ। ਰਾਤ ਦੇ ਵਕਤ ਮੋਹਣ ਕਮਰੇ ਵਿੱਚ ਆ ਗਏ। ਮੈਨੂੰ ਹੈਰਾਨੀ ਹੋਈ, ਅਚਾਨਕ ਠੀਕ ਕਿਵੇਂ ਹੋ ਗਏ ਸਨ। ਮੇਰੇ ਕੋਲ ਬੈਠ ਕੇ ਆਪਣੇ ਆਪ ਹੀ ਪੁੱਛਣ ਲੱਗੇ ਕਿ ਤੇਰੀ ਮਾਂ ਦਾ ਫੋਨ ਕਿਉਂ ਆਇਆ ਸੀ। ਮੈਂ ਸਾਰੀ ਗੱਲ ਦੱਸ ਦਿੱਤੀ ਤਾਂ ਕਹਿਣ ਲੱਗੇ ਕਿ ਚੰਗੀ ਗੱਲ ਹੈ, ਤੂੰ ਚਲੀ ਜਾ, ਵਰਨਾ ਮਾਂ ਕਹੇਗੀ ਕਿ ਮੈਂ ਮਨਾ ਕੀਤਾ ਹੈ। ਕੱਲ ਤੋਂ ਮੇਰੀ ਨੌਕਰੀ ਵੀ ਸ਼ੁਰੂ ਹੋ ਰਹੀ ਹੈ। ਮੈਂ ਵੀ ਸਵੇਰੇ ਸਵੇਰੇ ਸ਼ਹਿਰ ਜਾਵਾਂਗਾ ਤੇ ਰਾਤ ਨੂੰ ਹੀ ਘਰ ਵਾਪਸ ਆਵਾਂਗਾ। ਤੂੰ 1 ਹਫ਼ਤਾ ਉੱਥੇ ਰਹਿ ਆ ਅਤੇ ਮਾਂ ਨੂੰ ਵੀ ਆਪਣੇ ਨਾਲ ਲੈ ਜਾਓ। ਮੈਨੂੰ ਮੋਹਣ ਤੋਂ ਇਸ ਤਰ੍ਹਾਂ ਦੀ ਦੂਰੀ ਦਾ ਭਰੋਸਾ ਨਹੀਂ ਸੀ। ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਅੱਗੇ ਉਹਨਾਂ ਦੀ ਗੱਲ ਸੁਣਾ। ਇਸ ਲਈ ਮੈਂ ਵੀ ਖੁਸ਼ੀ ਰਾਜੀ ਹੋ ਗਈ। ਮੋਹਣ ਨੇ ਫਿਰ ਜਲੇਬੀ ਕੱਢ ਕੇ ਆਪਣੇ ਆਪ ਹੀ ਮੇਰੇ ਮੂੰਹ ਵਿੱਚ ਪਾ ਦਿੱਤੀ ਅਤੇ ਕਹਿਣ ਲੱਗੇ, ਤੂੰ ਇਸ ਨੂੰ ਜਲਦੀ ਖਾਣ ਦੀ ਬਜਾਏ ਆਰਾਮ ਨਾਲ ਖਾਇਆ ਕਰ। ਇਹ ਸ਼ਹਿਰ ਦੇ ਸਭ ਤੋਂ ਮਸ਼ਹੂਰ ਹਲਵਾਈ ਦੀ ਜਲੇਬੀ ਹੈ। ਇਸ ਨਾਲ ਤੁਹਾਡੇ ਬੁੱਲ ਰੈੱਡ ਹੋ ਜਾਣਗੇ ਅਤੇ ਬਹੁਤ ਹੀ ਖੂਬਸੂਰਤ ਲੱਗਣਗੇ। ਮੈਂ ਮੋਹਣ ਨੂੰ ਇਸ ਤਰ੍ਹਾਂ ਬਦਲਦੇ ਹੋਏ ਵੇਖ ਕੇ ਬਹੁਤ ਵਿਆਕੁਲ ਸੀ। ਉਹ ਜਿੰਨੇ ਸਖਤ ਸਨ ਉਨਾ ਹੀ ਪਿਆਰ ਕਰਨ ਵਾਲੇ ਵੀ ਸਨ ਅਤੇ ਉਹਨਾਂ ਦਾ ਗੁੱਸਾ ਕਰਨਾ ਠੀਕ ਵੀ ਸੀ। ਮੇਰੀ ਗਲਤੀ ਦੀ ਵਜ੍ਹਾ ਨਾਲ ਉਹ ਗੁੱਸਾ ਸਨ। ਮੋਹਣ ਕਹਿਣ ਲੱਗੇ ਕਿ ਮੈਂ ਮਾਂ ਨੂੰ ਦੱਸ ਕੇ ਆਉਂਦਾ ਹਾਂ ਕਿ ਤੈਨੂੰ ਕੱਲ ਤੁਹਾਡੇ ਪਿੰਡ ਜਾਣਾ ਹੈ, ਮੇਰਾ ਇੰਤਜ਼ਾਰ ਕਰਨਾ। ਮੋਹਣ ਦੀ ਗੱਲ ਸੁਣ ਕੇ ਮੈਂ ਮੁਸਕਰਾ ਦਿੱਤੀ। ਮੈਂ ਸੋਚ ਲਿਆ ਸੀ ਕਿ ਮੈਂ ਕਿਸੇ ਵੀ ਸੂਰਤ ਵਿੱਚ ਅੱਜ ਨਹੀਂ ਸੋਵਾਂਗੀ ਅਤੇ ਮੈਨੂੰ ਮੋਹਣ ਦਾ ਇੰਤਜ਼ਾਰ ਕਰਨਾ ਸੀ। ਪਿੰਡ ਜਾਣ ਤੋਂ ਪਹਿਲਾਂ ਉਹਨਾਂ ਦੇ ਦਿਲੋਂ ਆਪਣੀ ਸਾਰੀ ਦੂਰੀ ਨੂੰ ਮਿਟਾਉਣਾ ਸੀ। ਮੈਂ ਜਲਦੀ ਤੋਂ ਨਾਈਟੀ ਪਾ ਲਈ। ਦੀਵਾਰ ਉੱਤੇ ਲੱਗੇ ਸ਼ੀਸ਼ੇ ਵਿੱਚ ਆਪਣੇ ਹੋਠਾਂ ਨੂੰ ਵੇਖ ਕੇ ਹੈਰਾਨ ਰਹਿ ਗਈ ਸੀ। ਉਹ ਸੱਚ ਹੀ ਕਹਿੰਦੇ ਸਨ ਕਿ ਮੇਰੇ ਲੱਭ ਰੈੱਡ ਹੋ ਜਾਣਗੇ। ਮੈਂ ਬਿਸਤਰੇ ਤੇ ਆ ਕੇ ਬੈਠ ਗਈ ਤੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੀ। ਪਰ ਮੋਹਣ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਇੱਕ ਵਾਰ ਫਿਰ ਮੈਂ ਸੋ ਚੁੱਕੀ ਸੀ। ਸਵੇਰੇ 10 ਵਜੇ ਮੇਰੀ ਅੱਖ ਖੁੱਲ੍ਹੀ ਤਾਂ ਮੋਹਣ ਸ਼ਹਿਰ ਨਿਕਲ ਚੁੱਕੇ ਸਨ। ਉਹ ਬਹੁਤ ਸਵੇਰੇ ਹੀ ਸ਼ਹਿਰ ਲਈ ਨਿਕਲ ਜਾਇਆ ਕਰਦੇ ਸਨ, ਕਿਉਂਕਿ ਸ਼ਹਿਰ ਤੱਕ ਜਾਣ ਦਾ ਰਸਤਾ 2 ਘੰਟੇ ਦਾ ਸੀ। ਮੈਨੂੰ ਆਪਣੇ ਆਪ ਉੱਤੇ ਰੋਣਾ ਆ ਰਿਹਾ ਸੀ। ਵਿਆਹ ਦੇ 1 ਹਫ਼ਤੇ ਬਾਅਦ ਵੀ ਮੈਂ ਮੋਹਣ ਨਾਲ ਕੋਈ ਰਿਸ਼ਤਾ ਨਹੀਂ ਬਣਾ ਸਕੀ ਅਤੇ ਮੋਹਣ ਦੇ ਗੁੱਸੇ ਦੀ ਵਜ੍ਹਾ ਸਿਰਫ ਅਤੇ ਸਿਰਫ ਮੈਂ ਹੀ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਮੇਰੇ ਕੱਪੜੇ ਗਿੱਲੇ ਕਿਵੇਂ ਹੋ ਜਾਂਦੇ ਹਨ। ਸ਼ਾਇਦ ਮੋਹਣ ਮੈਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਕਮਰੇ ਤੋਂ ਨਿਕਲੀ ਤਾਂ ਮਾਂ ਵੀ ਪਿੰਡ ਜਾਣ ਲਈ ਤਿਆਰ ਹੋ ਚੁੱਕੀ ਸੀ।
ਮੇਰੀ ਸੱਸ ਮੈਨੂੰ ਵੇਖ ਕੇ ਕਹਿਣ ਲੱਗੀ ਕਿ ਮੋਹਨ ਤਾਂ ਚਲਾ ਗਿਆ ਹੈ, ਹੁਣ ਸਾਨੂੰ ਦੋਨਾਂ ਨੂੰ ਵੀ ਪਿੰਡ ਲਈ ਨਿਕਲਣਾ ਹੈ। ਮੈਂ ਬੁਝੇ ਦਿਲੋਂ ਆਪਣੇ ਪੇਕੇ ਲਈ ਨਿਕਲ ਗਈ। ਮੇਰਾ ਦਿਲ ਤਾਂ ਮੋਹਨ ਦੇ ਨਾਲ ਹੀ ਸ਼ਹਿਰ ਚਲਾ ਗਿਆ ਸੀ। ਹੁਣ ਮੈਨੂੰ ਉਹਨਾਂ ਨੂੰ 1 ਹਫ਼ਤੇ ਤੋਂ ਬਾਅਦ ਹੀ ਮਿਲਣਾ ਸੀ। ਮੇਰੇ ਘਰ ਵਾਲੇ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ। ਮੇਰੀ ਛੋਟੀ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸਾਰੇ ਪਿੰਡ ਵਿੱਚ ਮੇਰੇ ਆਉਣ ਦੀ ਖਬਰ ਪਹੁੰਚ ਗਈ ਸੀ। ਇਸ ਲਈ ਔਰਤਾਂ ਦਾ ਝੁੰਡ ਮੈਨੂੰ ਦੇਖਣ ਲਈ ਆਉਣ ਲੱਗਾ। ਪੜੋਸ ਵਾਲੀ ਮਾਸੀ ਦੀ ਧੀ ਸੁਨੀਤਾ ਦਾ ਵਿਆਹ ਸੀ। ਉਹ ਮੇਰੀ ਪੱਕੀ ਸਹੇਲੀ ਸੀ। ਪਿੰਡ ਆ ਕੇ ਮੈਨੂੰ ਉਸਦੇ ਵਿਆਹ ਵਿੱਚ ਘੁੰਮਣ ਦਾ ਮੌਕਾ ਮਿਲ ਗਿਆ। ਖੂਬ ਸ਼ੋਰ ਸ਼ਰਾਬਾ ਹੋ ਰਿਹਾ ਸੀ, ਪਰ ਫਿਰ ਵੀ ਮੇਰੇ ਦਿਲ ਵਿੱਚ ਕੋਈ ਖੁਸ਼ੀ ਨਹੀਂ ਸੀ, ਕਿਉਂਕਿ ਮੇਰਾ ਦਿਲ ਤਾਂ ਮੋਹਨ ਵਿੱਚ ਹੀ ਅਟਕਿਆ ਹੋਇਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਤੋਂ ਮੈਂ ਆਪਣੀ ਮਾਂ ਦੇ ਘਰ ਆਈ ਸੀ, ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ ਅਤੇ ਮੋਹਨ ਦੇ ਕਮਰੇ ਵਿੱਚ ਆਉਂਦੇ ਹੀ ਬਿਸਤਰ ਤੇ ਡਿੱਗ ਜਾਇਆ ਕਰਦੀ ਸੀ। ਇੱਥੇ ਤਾਂ ਮੈਂ ਸਿਰਫ ਕਰਵਟਾਂ ਬਦਲਦੀ ਰਹਿੰਦੀ ਸੀ। ਸ਼ਾਇਦ ਮੋਹਨ ਦੀ ਯਾਦ ਮੈਨੂੰ ਸੌਣ ਨਹੀਂ ਦੇ ਰਹੀ ਸੀ। ਮਹਿੰਦੀ ਦੀ ਰਾਤ ਹੀ ਪੜੋਸਣ ਮਾਸੀ ਦੇ ਭੈਣ ਦਾ ਬੇਟਾ ਰਮਨ ਸ਼ਹਿਰ ਤੋਂ ਵਿਆਹ ਵਿੱਚ ਆਇਆ ਹੋਇਆ ਸੀ। ਉਹ ਬਚਪਨ ਤੋਂ ਹੀ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ। ਮੈਨੂੰ ਵੇਖਦੇ ਹੀ ਉਹ ਮੇਰੇ ਪਿੱਛੇ ਘੁੰਮਣ ਲੱਗਾ। ਮੈਂ ਹੈਰਾਨ ਸੀ ਕਿ ਉਸ ਨੂੰ ਕੀ ਹੋਇਆ ਹੈ। ਉਸ ਦੀ ਨਜ਼ਰ ਮੇਰੇ ਉੱਤੇ ਹੀ ਜੰਮੀ ਹੋਈ ਸੀ ਅਤੇ ਇਸ ਗੱਲ ਨੂੰ ਸ਼ਾਇਦ ਮੇਰੀ ਸੱਸ ਨੇ ਵੀ ਮਹਿਸੂਸ ਕੀਤਾ ਸੀ। ਮੈਨੂੰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ। ਪਹਿਲਾਂ ਹੀ ਮੇਰੇ ਅਤੇ ਮੋਹਨ ਵਿਚਾਲੇ ਰਿਸ਼ਤਾ ਕੁਝ ਠੀਕ ਨਹੀਂ ਸੀ ਅਤੇ ਰਮਨ ਬਾਰੇ ਮੇਰੀ ਸੱਸ ਨੂੰ ਪਤਾ ਲੱਗਿਆ ਤਾਂ ਮੇਰਾ ਵਸਿਆ ਵਸਾਇਆ ਘਰ ਉਜੜ ਜਾਵੇਗਾ। ਇਸ ਲਈ ਮੈਂ ਪੜੋਸਣ ਮਾਸੀ ਦੇ ਘਰੋਂ ਨਿਕਲ ਕੇ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਰਮਨ ਮੇਰੇ ਪਿੱਛੇ ਚਲਾ ਆਇਆ। ਮੈਨੂੰ ਰੋਕ ਕੇ ਕਹਿਣ ਲੱਗਾ ਕਿ ਮੈਨੂੰ ਤੇਰੇ ਨਾਲ ਪਿਆਰ ਹੈ ਅਤੇ ਜੇਕਰ ਤੂੰ ਕਹੇ ਤਾਂ ਮੈਂ ਤੇਰੇ ਘਰ ਰਿਸ਼ਤਾ ਭੇਜ ਦੇਵਾਂ। ਰਮਨ ਦੇ ਇਹਨਾਂ ਸ਼ਬਦਾਂ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ। ਮੈਂ ਗੁੱਸੇ ਵਿੱਚ ਰਮਨ ਨੂੰ ਕਿਹਾ ਕਿ ਮੇਰਾ ਵਿਆਹ ਹੋ ਚੁੱਕਿਆ ਹੈ ਅਤੇ ਬਿਹਤਰ ਇਹ ਹੈ ਕਿ ਅੱਗੇ ਤੋਂ ਤੂੰ ਅਜੇ ਹੀ ਕੋਈ ਗੱਲ ਨਾ ਕਰਨਾ। ਮੇਰੀ ਗੱਲ ਸੁਣ ਕੇ ਰਮਨ ਕਹਿਣ ਲੱਗਾ, ਸ਼ਹਿਰ ਵਿੱਚ ਮੇਰਾ ਬਹੁਤ ਵੱਡਾ ਬੰਗਲਾ ਹੈ, ਗੱਡੀ ਹੈ, ਮੈਂ ਤੈਨੂੰ ਸਾਰੀਆਂ ਖੁਸ਼ੀਆਂ ਦੇਵਾਂਗਾ, ਪਰ ਤੂੰ ਆਪਣੇ ਪਤੀ ਨੂੰ ਛੱਡ ਕੇ ਮੇਰੇ ਨਾਲ ਚੱਲ। ਮੈਂ ਹਮੇਸ਼ਾ ਤੋਂ ਹੀ ਤੇਰੇ ਨਾਲ ਪਿਆਰ ਕਰਦਾ ਹਾਂ। ਮੈਨੂੰ ਕੀ ਪਤਾ ਸੀ ਕਿ 17 ਸਾਲ ਦੀ ਉਮਰ ਵਿੱਚ ਹੀ ਤੂੰ ਵਿਆਹ ਕਰ ਲਵੇਗੀ। ਮੈਂ ਉਸ ਨੂੰ ਗੁੱਸੇ ਨਾਲ ਕਿਹਾ ਕਿ ਅੱਜ ਤਾਂ ਇਹ ਗੱਲ ਕਹਿ ਦਿੱਤੀ ਹੈ, ਪਰ ਅੱਗੇ ਤੋਂ ਅਜਿਹੀ ਗੱਲ ਨਾ ਕਰਨਾ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਤੁਹਾਡੀ ਇੱਕ ਗਲਤੀ ਮੈਨੂੰ ਬਦਨਾਮ ਕਰ ਸਕਦੀ ਹੈ। ਰਮਨ ਉਸ ਸਮੇਂ ਤਾਂ ਵਾਪਸ ਪਰਤ ਗਿਆ, ਪਰ ਮੇਰੇ ਲਈ ਸੁਨੀਤਾ ਦੇ ਵਿਆਹ ਵਿੱਚ ਸ਼ਾਮਲ ਹੋਣਾ ਮੁਸ਼ਕਲ ਹੋ ਗਿਆ ਸੀ। ਉਹ ਬਹੁਤ ਢੀਠ ਸਾਬਤ ਹੋਇਆ ਸੀ। ਆਨੇ ਬਹਾਨੇ ਆਪਣੇ ਫੋਨ ਵਿੱਚ ਮੇਰੀ ਫੋਟੋ ਖਿੱਚ ਰਿਹਾ ਸੀ। ਜਿਵੇਂ ਤਿਵੇਂ 1 ਹਫ਼ਤਾ ਗੁਜ਼ਰ ਗਿਆ ਅਤੇ ਮੈਂ ਆਪਣੀ ਸੱਸ ਨਾਲ ਵਾਪਸ ਆਪਣੇ ਘਰ ਆ ਗਈ। ਮੋਹਨ ਸ਼ਾਇਦ ਅੱਜ ਕੰਮ ਤੋਂ ਜਲਦੀ ਵਾਪਸ ਆਇਆ ਸੀ। ਅਸੀਂ ਦੁਪਹਿਰ ਨੂੰ ਘਰ ਪਹੁੰਚੇ ਸੀ ਅਤੇ ਮੋਹਨ ਪਹਿਲਾਂ ਤੋਂ ਹੀ ਘਰ 'ਤੇ ਸੀ। ਮੋਹਨ ਨੂੰ ਵੇਖ ਕੇ ਮੈਂ ਬਹੁਤ ਖੁਸ਼ ਸੀ। ਆਪਣਾ ਸਮਾਨ ਰੱਖਣ ਲਈ ਮੈਂ ਕਮਰੇ ਵਿੱਚ ਗਈ ਤਾਂ ਮੋਹਨ ਆਪਣੀ ਮਾਂ ਨੂੰ ਮਿਲਣ ਲਈ ਉਹਨਾਂ ਦੇ ਕਮਰੇ ਵਿੱਚ ਚਲਾ ਗਿਆ। ਮੈਂ ਸੋਚਿਆ ਕਿ ਮੈਂ ਵੀ ਕੁਝ ਦੇਰ ਮੋਹਨ ਅਤੇ ਮੰਮੀ ਜੀ ਦੇ ਨਾਲ ਬੈਠ ਜਾਂਦੀ ਹਾਂ, ਫਿਰ ਘਰ ਦਾ ਕੰਮ ਧੰਦਾ ਕਰਾਂਗੀ। ਇਸ ਲਈ ਸਮਾਨ ਰੱਖ ਕੇ ਦੁਬਾਰਾ ਉਹਨਾਂ ਦੇ ਕਮਰੇ ਵੱਲ ਆਈ ਤਾਂ ਮੇਰੀ ਸੱਸ ਦੇ ਸ਼ਬਦਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਘਰ ਉਜਾੜਨ ਵਾਲੀ ਕੋਈ ਹੋਰ ਨਹੀਂ, ਸਗੋਂ ਮੇਰੀ ਆਪਣੀ ਸੱਸ ਹੈ। ਉਹ ਗੁੱਸੇ ਵਿੱਚ ਮੋਹਨ ਨੂੰ ਕਹਿ ਰਹੀ ਸੀ ਕਿ ਮੈਂ ਜਾਂਦੇ ਵਕਤ ਤੈਨੂੰ ਕਹਿ ਦਿੱਤਾ ਸੀ ਕਿ ਸਾਡੇ ਵਾਪਸ ਆਉਣ ਤੱਕ ਤਲਾਕ ਦੇ ਕਾਗਜ਼ ਬਣਵਾ ਲੈਣਾ, ਪਰ ਤੈਨੂੰ ਕੁਝ ਹੋਸ਼ ਨਹੀਂ। ਮੈਂ ਆਪਣੇ ਆਪ ਆਪਣੀ ਅੱਖਾਂ ਨਾਲ ਵੇਖਿਆ ਹੈ ਕਿ ਤੇਰੀ ਪਤਨੀ ਕਿੰਨੀ ਗਲਤ ਹੈ, ਪਰ ਤੂੰ ਤਾਂ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਹੈ। ਮੋਹਨ ਕਹਿ ਰਿਹਾ ਸੀ ਕਿ ਮਾਂ ਮੇਰੇ ਲਈ ਉਸ ਨੂੰ ਛੱਡਣਾ ਸੰਭਵ ਨਹੀਂ ਹੈ। ਉਹ ਮੇਰੀ ਪਤਨੀ ਹੈ, ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਉਸ ਵਿੱਚ ਭਾਵੇਂ 1000 ਗਲਤੀ ਹੈ, ਪਰ ਮੈਂ ਉਸ ਨੂੰ ਕਦੇ ਵੀ ਆਪਣੀ ਜ਼ਿੰਦਗੀ ਤੋਂ ਵੱਖ ਨਹੀਂ ਕਰ ਸਕਦਾ। ਮੋਹਨ ਮੇਰੇ ਨਾਲ ਮੁਹੱਬਤ ਦੀਆਂ ਗੱਲਾਂ ਕਰ ਰਹੇ ਸਨ ਅਤੇ ਮੇਰੀ ਸੱਸ ਮੇਰੀਆਂ ਬੁਰਾਈਆਂ ਵਿੱਚ ਮਗਨ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਇਹ ਸਭ ਕੀ ਹੋ ਰਿਹਾ ਹੈ। ਮੇਰੀ ਸੱਸ ਮੈਨੂੰ ਇੰਨੇ ਚਾਵਾਂ ਨਾਲ ਵਿਆਹ ਕੇ ਘਰ ਲਿਆਈ ਸੀ ਤਾਂ ਮੈਨੂੰ ਤਲਾਕ ਕਿਉਂ ਦਿਵਾਉਣਾ ਚਾਹੁੰਦੀ ਸੀ? ਅਤੇ ਮੋਹਨ ਜੋ ਮੈਨੂੰ ਬਹੁਤ ਹੀ ਸਖਤ ਲੱਗਦੇ ਸਨ, ਉਹ ਕਿੰਨੇ ਪਿਆਰ ਨਾਲ ਗੱਲ ਕਰ ਰਹੇ ਸਨ ਅਤੇ ਮੇਰੀ ਖਾਤਰ ਆਪਣੀ ਮਾਂ ਨਾਲ ਲੜ ਰਹੇ ਸਨ। ਮੇਰਾ ਦਿਲ ਪੂਰੀ ਤਰ੍ਹਾਂ ਨਾਲ ਉਲਝ ਚੁੱਕਿਆ ਸੀ
ਰਾਤ ਨੂੰ ਜਦੋਂ ਮੋਹਣ ਕਮਰੇ ਵਿੱਚ ਆਏ ਤਾਂ ਮੇਰਾ ਬਿਲਕੁਲ ਵੀ ਜਲੇਬੀ ਖਾਣ ਦਾ ਦਿਲ ਨਹੀਂ ਸੀ। ਮੈਂ ਜਲੇਬੀ ਦਾ ਥੈਲਾ ਉਹਨਾਂ ਦੇ ਹੱਥ 'ਚੋਂ ਲੈ ਲਿਆ। ਜਦੋਂ ਕਿ ਮਾਂ ਉਹਨਾਂ ਨੂੰ ਕਿਸੇ ਕੰਮ ਲਈ ਆਵਾਜ਼ ਦੇਣ ਲੱਗੀ ਤਾਂ ਉਹ ਕਮਰੇ ਵਿੱਚੋਂ ਨਿਕਲ ਕੇ ਚਲੇ ਗਏ। ਮੈਂ ਚੁੱਪਕੇ ਜਿਹੇ ਥੈਲੇ ਨੂੰ ਇੱਕ ਕੋਨੇ ਵਿੱਚ ਲੁਕੋ ਕੇ ਰੱਖ ਦਿੱਤਾ ਕਿ ਮੈਨੂੰ ਨੀਂਦ ਨਹੀਂ ਆਵੇਗੀ, ਤੇ ਮੈਂ ਅੱਖਾਂ ਬੰਦ ਕਰ ਲਈਆਂ। ਜਦੋਂ ਮੋਹਣ ਕਮਰੇ ਵਿੱਚ ਵਾਪਸ ਆਈ ਤਾਂ ਮੇਰੀ ਜਾਨ ਨਿਕਲ ਗਈ। ਜੋ ਕੁਝ ਮੈਂ ਵੇਖਿਆ, ਮੈਨੂੰ ਆਪਣੀਆਂ ਅੱਖਾਂ ਉੱਤੇ ਭਰੋਸਾ ਨਹੀਂ ਹੋਇਆ। ਮੋਹਣ ਨੇ ਜੱਗ ਭਰ ਕੇ ਪਾਣੀ ਮੇਰੇ ਉੱਤੇ ਪਾ ਦਿੱਤਾ। ਮੈਂ ਅੱਖਾਂ ਨਹੀਂ ਖੋਲ੍ਹੀ। ਅੱਜ ਮੈਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਚਾਹੁੰਦੀ ਸੀ। ਮੋਹਣ ਕਿਸੇ ਨੂੰ ਆਵਾਜ਼ ਦੇ ਕੇ ਕਹਿਣ ਲੱਗੇ ਕਿ ਅੰਦਰ ਆ ਜਾਓ। ਇਹ ਪੂਰੀ ਤਰ੍ਹਾਂ ਬੇਹੋਸ਼ ਹੋ ਚੁੱਕੀ ਹੈ। ਥੋੜੀ ਦੇਰ ਵਿੱਚ ਇੱਕ ਖੂਬਸੂਰਤ ਕੁੜੀ ਮੇਰੇ ਕਮਰੇ ਵਿੱਚ ਚਲੀ ਆਈ। ਉਹ ਮੇਰੇ ਬਿਸਤਰ ਉੱਤੇ ਮੋਹਣ ਨਾਲ ਬੈਠ ਗਈ ਅਤੇ ਉਹ ਦੋਨੇ ਜਿਸ ਤਰ੍ਹਾਂ ਇਕੱਠੇ ਸਨ, ਮੇਰੀ ਜਾਨ ਨਿਕਲ ਗਈ। ਇਸ ਤੋਂ ਜ਼ਿਆਦਾ ਮੇਰੇ ਵਿੱਚ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਸੀ। ਠੰਡੇ ਪਾਣੀ ਨਾਲ ਮੇਰਾ ਸਰੀਰ ਕੰਬ ਰਿਹਾ ਸੀ। ਮੈਂ ਉੱਠ ਕੇ ਬੈਠ ਗਈ। ਮੈਨੂੰ ਜਾਗਦੇ ਵੇਖ ਕੇ ਉਹਨਾਂ ਦੋਨਾਂ ਦੀਆਂ ਅੱਖਾਂ ਹੈਰਤ ਨਾਲ ਫਟੀ ਦੀ ਫਟੀ ਰਹਿ ਗਈਆਂ। ਮੈਂ ਮੋਹਣ ਵੱਲ ਘੂਰ ਕੇ ਵੇਖਿਆ। ਉਸ ਵਕਤ ਮੈਂ ਇੰਨੇ ਗੁੱਸੇ ਵਿੱਚ ਸੀ ਕਿ ਮੈਨੂੰ ਮੋਹਣ ਤੋਂ ਵੀ ਡਰ ਨਹੀਂ ਲੱਗ ਰਿਹਾ ਸੀ। ਮੈਂ ਮੋਹਣ ਨੂੰ ਕਿਹਾ ਕਿ ਮੈਨੂੰ ਸੱਚ-ਸੱਚ ਦੱਸ, ਇਹ ਕੁੜੀ ਕੌਣ ਹੈ? ਜਲੇਬੀ ਵਿੱਚ ਅਜਿਹਾ ਕੀ ਸੀ ਜੋ ਮੈਂ ਆਪਣਾ ਹੋਸ਼ ਖੋ ਬੈਠਦੀ ਸੀ? ਤੂੰ ਇਹ ਸਭ ਕਿਉਂ ਕੀਤਾ ਅਤੇ ਮੈਨੂੰ ਇੰਨਾ ਵੱਡਾ ਧੋਖਾ ਕਿਉਂ ਦੇ ਰਹੇ ਹੋ? ਮੈਂ ਸਵਾਲ ਤੇ ਸਵਾਲ ਪੁੱਛਦੀ ਚਲੀ ਗਈ ਅਤੇ ਮੇਰੇ ਅੰਦਰ ਇੱਕ ਤੂਫਾਨ ਉੱਠਿਆ ਸੀ। ਮੋਹਣ ਸਿਰ ਝੁਕਾ ਕੇ ਕਹਿਣ ਲੱਗਾ ਕਿ ਇਹ ਕੁੜੀ ਤਾਂ ਮੇਰੀ ਪਤਨੀ ਹੈ ਅਤੇ ਉਸ ਤੋਂ ਵਿਆਹ ਕਰਕੇ 2 ਦਿਨ ਪਹਿਲਾਂ ਹੀ ਪਿੰਡ ਵਿੱਚ ਆਏ ਸਨ। ਉਹ ਕਦੇ ਵੀ ਮੇਰੇ ਤੋਂ ਵਿਆਹ ਨਹੀਂ ਕਰਨਾ ਚਾਹੁੰਦੇ ਸਨ, ਪਰ ਉਹਨਾਂ ਦੀ ਮਾਂ ਨੇ ਜ਼ਬਰਦਸਤੀ ਉਹਨਾਂ ਦਾ ਰਿਸ਼ਤਾ ਮੇਰੇ ਨਾਲ ਤੈਅ ਕਰ ਦਿੱਤਾ। ਪਤਨੀ ਦਾ ਨਾਮ ਸੁਣ ਕੇ ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੋਹਣ ਕਹਿ ਰਹੇ ਸਨ, ਸਾਡਾ ਵਿਆਹ ਰੋਕਣ ਲਈ 2 ਦਿਨ ਪਹਿਲਾਂ ਉਹ ਇਹ ਸੋਚ ਕੇ ਸੀਆ ਨਾਲ ਵਿਆਹ ਕਰਕੇ ਆ ਗਏ ਸੀ ਕਿ ਜਦੋਂ ਮੈਂ ਸੀਆ ਨੂੰ ਨੂੰਹ ਬਣਾ ਕੇ ਇਸ ਘਰ ਵਿੱਚ ਲੈ ਕੇ ਆਵਾਂਗਾ ਤਾਂ ਮੇਰੀ ਮਾਂ ਤੇਰੇ ਨਾਲ ਮੇਰਾ ਵਿਆਹ ਨਹੀਂ ਕਰਾਏਗੀ। ਪਰ ਉਹਨਾਂ ਦੀ ਮਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਉਹਨਾਂ ਨੇ ਮੋਹਣ ਉੱਤੇ ਦਬਾਅ ਪਾਇਆ ਕਿ ਉਹ ਸੀਆ ਨੂੰ ਤਲਾਕ ਦੇ ਦੇਵੇ। ਮੋਹਣ ਸੀਆ ਨੂੰ ਛੱਤ ਵਾਲੇ ਕਮਰੇ ਵਿੱਚ ਛੁਪਾ ਦਿੰਦੇ, ਕਿਉਂਕਿ ਪਿੰਡ ਵਿੱਚ ਔਰਤਾਂ ਨੂੰ ਛੱਤ ਉੱਤੇ ਜਾਣਾ ਮਨ੍ਹਾ ਸੀ। ਇਸ ਲਈ ਮੋਹਣ ਨੂੰ ਭਰੋਸਾ ਸੀ ਕਿ ਮੈਂ ਕਦੇ ਉਹਨਾਂ ਦੇ ਪਿੱਛੇ ਛੱਤ 'ਤੇ ਨਹੀਂ ਜਾਵਾਂਗੀ। ਮੋਹਣ ਜਾਣ-ਬੁੱਝ ਕੇ ਜਲੇਬੀ ਵਿੱਚ ਨਸ਼ੇ ਦੀ ਦਵਾਈ ਮਿਲਾਉਂਦੇ ਸਨ ਕਿ ਮੈਂ ਸੋ ਜਾਵਾਂ ਅਤੇ ਹਰ ਰਾਤ ਸਾਡੇ ਹੀ ਕਮਰੇ ਵਿੱਚ ਸੀਆ ਦੇ ਨਾਲ ਵਕਤ ਗੁਜ਼ਾਰੇ। ਸੀਆ ਵਿਆਹ ਤੋਂ ਪਹਿਲਾਂ ਸ਼ਹਿਰ ਵਿੱਚ ਨੌਕਰੀ ਕਰਦੀ ਸੀ, ਇਸ ਲਈ ਮਾਂ ਨੂੰ ਲੱਗਦਾ ਸੀ ਕਿ ਸੀਆ ਇੱਜ਼ਤਦਾਰ ਨਹੀਂ ਹੈ ਅਤੇ ਇਸ ਲਈ ਮਾਂ ਵਾਰ-ਵਾਰ ਕਹਿੰਦੀ ਸੀ ਕਿ ਮੈਂ ਸੀਆ ਨੂੰ ਤਲਾਕ ਦੇ ਦੇਵਾਂ। ਸੀਆ ਮੇਰਾ ਪਹਿਲਾ ਪਿਆਰ ਹੈ। ਮੋਹਣ ਕਹਿ ਰਹੇ ਸਨ ਕਿ ਮਾਂ ਨੇ ਆਤਮ ਹੱਤਿਆ ਕਰਨ ਤੱਕ ਦੀ ਧਮਕੀ ਦਿੱਤੀ ਸੀ, ਇਸ ਲਈ ਮੋਹਣ ਨੇ ਮੈਨੂੰ ਅਪਣਾਇਆ ਸੀ। ਮੋਹਣ ਸੀਆ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡ ਸਕਦਾ, ਇਸ ਗੱਲ ਦਾ ਮੈਨੂੰ ਭਰੋਸਾ ਸੀ। ਮੋਹਣ ਨੇ ਮੈਨੂੰ ਸਾਰਾ ਸੱਚ ਦੱਸ ਦਿੱਤਾ ਸੀ, ਜਿਸ ਨੂੰ ਸੁਣ ਕੇ ਮੇਰੇ ਕੋਲ ਕਹਿਣ ਲਈ ਕੁਝ ਵੀ ਨਹੀਂ ਬਚਿਆ ਸੀ। ਮੈਂ ਜਾਣ ਗਈ ਸੀ ਕਿ ਮੇਰੀ ਸੱਸ ਉਸ ਦਿਨ ਸੀਆ ਅਤੇ ਮੋਹਣ ਦੇ ਤਲਾਕ ਦੀ ਗੱਲ ਕਰ ਰਹੀ ਸੀ, ਜਿਸ ਨੂੰ ਸੁਣ ਕੇ ਮੈਂ ਗਲਤ ਮਤਲਬ ਕੱਢ ਲਿਆ ਸੀ। ਮੇਰੀ ਬਰਬਾਦੀ ਦੇ ਪਿੱਛੇ ਸਿਰਫ ਮੋਹਣ ਦਾ ਹੱਥ ਨਹੀਂ ਸੀ, ਸਗੋਂ ਮੇਰੀ ਸੱਸ ਦਾ ਵੀ ਹੱਥ ਸੀ, ਜਿਨ੍ਹਾਂ ਨੇ ਇਹ ਜਾਣਦੇ ਹੋਏ ਵੀ ਕਿ ਉਹਨਾਂ ਦੇ ਬੇਟੇ ਨੇ ਆਪਣੀ ਪਸੰਦ ਨਾਲ ਵਿਆਹ ਕੀਤਾ ਹੋਇਆ ਹੈ, ਜ਼ਬਰਦਸਤੀ ਉਸ ਦੇ ਨਾਲ ਮੇਰਾ ਦੂਜਾ ਵਿਆਹ ਕਰਵਾ ਦਿੱਤਾ। ਮੈਂ ਮੋਹਣ ਦੇ ਨਾਲ ਜ਼ਿੰਦਗੀ ਨੂੰ ਲੈ ਕੇ ਕਈ ਸੁਪਨੇ ਵੇਖੇ ਸਨ। ਅਜੇ ਇਨਸਾਨ ਦੇ ਨਾਲ ਮੈਂ ਕਦੇ ਵੀ ਜ਼ਿੰਦਗੀ ਨਹੀਂ ਬਿਤਾ ਸਕਦੀ ਸੀ ਜੋ ਕਿਸੇ ਹੋਰ ਨਾਲ ਇਸ ਕਦਰ ਮੁਹੱਬਤ ਕਰਦਾ ਸੀ ਕਿ ਉਸ ਦੀ ਖਾਤਰ ਮੈਨੂੰ ਨਸ਼ੇ ਵਾਲੀ ਜਲੇਬੀ ਤੱਕ ਖਿਲਾ ਸਕਦਾ ਸੀ। ਮੈਂ ਆਪਣਾ ਸਮਾਨ ਬੰਨ੍ਹ ਲਿਆ ਅਤੇ ਆਪਣੀ ਸੱਸ ਨੂੰ ਨਮਸਤੇ ਕਹਿ ਕੇ ਆਪਣੇ ਪਿੰਡ ਲਈ ਨਿਕਲ ਗਈ। ਮੇਰੀ ਸੱਸ ਨੇ ਬਹੁਤ ਕੋਸ਼ਿਸ਼ ਕੀਤੀ ਤੇ ਉਹ ਵਾਰ-ਵਾਰ ਮੈਨੂੰ ਭਰੋਸਾ ਦਿਵਾ ਰਹੀ ਸੀ ਕਿ ਮੋਹਣ ਸੀਆ ਨੂੰ ਛੱਡ ਦੇਵੇਗਾ ਅਤੇ ਮੇਰਾ ਹੋ ਜਾਵੇਗਾ, ਪਰ ਮੈਂ ਕਦੇ ਅਜੇ ਇਨਸਾਨ ਨਾਲ ਗੁਜ਼ਾਰਾ ਨਹੀਂ ਕਰ ਸਕਦੀ ਸੀ ਜੋ ਮੈਨੂੰ ਮੁਹੱਬਤ ਨਹੀਂ ਦੇ ਸਕਦੇ ਸਨ। ਤੇ ਇਸ ਸਭ ਵਿੱਚ ਸੀਆ ਦਾ ਕੀ ਕਸੂਰ? ਮੈਂ ਉਸ ਦੀ ਜ਼ਿੰਦਗੀ ਬਰਬਾਦ ਕਿਉਂ ਕਰਾਂ? ਮੈਂ ਆਪਣੇ ਮਾਂ-ਬਾਪ ਨੂੰ ਕਹਿ ਕੇ ਮੋਹਣ ਤੋਂ ਤਲਾਕ ਲੈ ਲਿਆ ਸੀ। ਮੈਂ ਆਪਣੇ ਮਾਂ-ਬਾਪ ਦੀ ਲਾਡੋ ਰਾਣੀ ਸੀ। ਉਹ ਮੈਨੂੰ ਆਪਣੇ ਆਪ ਹੀ ਕਿਸੇ ਅਜਿਹੀ ਅੱਗ ਵਿੱਚ ਝੋਕਣਾ ਨਹੀਂ ਚਾਹੁੰਦੇ ਸਨ। ਪੜੋਸਣ ਮਾਸੀ ਦੀ ਵਜ੍ਹਾ ਨਾਲ ਰਮਨ ਨੂੰ ਖਬਰ ਮਿਲ ਗਈ ਸੀ ਕਿ ਮੈਂ ਹੁਣ ਇੱਕ ਵਾਰ ਫਿਰ ਇਕੱਲੀ ਹੋ ਗਈ ਹਾਂ। ਇਸ ਲਈ ਰਮਨ ਨੇ ਆਪਣੇ ਘਰ ਵਾਲਿਆਂ ਨੂੰ ਭੇਜ ਕੇ ਮੈਨੂੰ ਅਪਣਾਉਣ ਦੀ ਗੱਲ ਕੀਤੀ ਸੀ।
ਮੈਂ ਹੁਣੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਸਾਫ਼-ਸਾਫ਼ ਮਨਾ ਕਰ ਦਿੱਤਾ। ਮੈਨੂੰ ਹੁਣ ਅੱਗੇ ਪੜ੍ਹਨਾ ਸੀ ਅਤੇ ਆਪਣੇ ਪੈਰਾਂ 'ਤੇ ਖੜਾ ਹੋਣਾ ਸੀ। ਮੈਂ ਹੁਣ ਦੁਬਾਰਾ ਤੋਂ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ। ਹਰ ਵਿਆਹ ਕਾਮਯਾਬ ਹੋਵੇ ਇਹ ਜ਼ਰੂਰੀ ਨਹੀਂ, ਪਰ ਇੱਕ ਨਾਕਾਮ ਵਿਆਹ ਦਾ ਮਤਲਬ ਇਹ ਨਹੀਂ ਕਿ ਇਨਸਾਨ ਨਾਕਾਮ ਹੁੰਦਾ ਹੈ। ਮੇਰੇ ਵਿਆਹ ਦੀ ਨਾਕਾਮੀ ਦੇ ਬਾਅਦ ਮੈਂ ਬਹੁਤ ਜ਼ਿਆਦਾ ਕਾਮਯਾਬ ਹੋ ਗਈ ਸੀ। ਪੜ੍ਹਾਈ ਦੇ ਮੈਦਾਨ ਵਿੱਚ ਝੰਡੇ ਕੱਢ ਕੇ ਆਪਣੇ ਪਿੰਡ ਦਾ ਨਾਂ ਪੂਰੇ ਜ਼ਿਲ੍ਹੇ ਵਿੱਚ ਰੋਸ਼ਨ ਕਰ ਦਿੱਤਾ ਸੀ। ਜੇਕਰ ਮੇਰੀ ਕੋਈ ਪਿਆਰੀ ਜੀ ਭੈਣ ਜਾਂ ਧੀ ਨਾਕਾਮ ਸ਼ਾਦੀशुदा ਜ਼ਿੰਦਗੀ ਦਾ ਸ਼ਿਕਾਰ ਹੋ ਗਈ ਹੈ ਤਾਂ ਇਹ ਯਾਦ ਰੱਖਣਾ ਕਿ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਨਵੇਂ ਰਸਤਿਆਂ ਦੀ ਤਲਾਸ਼ ਕਰੋ ਅਤੇ ਜ਼ਿੰਦਗੀ ਦੀ ਦੂਜੀ ਕਾਮਯਾਬੀ ਨੂੰ ਸਮੇਟੋ।